ਮੁਆਬ ਦੇਸ਼ 'ਚ ਖੁਸ਼ਖਬਰੀ ਸੁਣੀ ਜਾਂਦੇ ਹੋ ਕਿ ਯਹੋਵਾ ਨੇ ਆਪਣੀ ਪ੍ਰਜਾ ਦੀ ਖਬਰ ਲਈ। ਉਸਨੇ ਖੁਸ਼ਖਬਰੀ ਸੁਣੀ ਇਸੇ ਲਈ ਆਪਣੀਆਂ ਦੋਨਾਂ ਨੂੰਹਾਂ ਨੂੰ ਕਹਿ ਰਹੀ ਆ, ਬੇਟੀਓ ਮੈਂ ਜਾ ਰਹੀ ਹਾਂ। ਮਾਂ ਕਿੱਥੇ ਜਾ ਰਹੀ ਹੋ? ਸਾਡੇ ਬੇਸਹਾਰਾ ਜੀਵਨ ਨੂੰ ਫਲਵੰਤ ਕਰਨ ਵਾਲਾ ਪਰਮੇਸ਼ਵਰ ਹੈ। ਉਹਨਾਂ ਨੇ ਆਪਣੇ ਲੋਕਾਂ ਦੀ ਖਬਰ ਲਈ ਅਤੇ ਆਪਣੇ ਲੋਕਾਂ ਨੂੰ ਭੋਜਨ ਦਿੱਤਾ। ਪਿਆਰਿਓ, ਉਹ ਭੋਜਨ ਯੀਸ਼ੂ ਮਸੀਹ ਨੂੰ ਦਰਸਾਉਂਦਾ ਹੈ। ਯੀਸ਼ੂ ਮਸੀਹ ਨੇ ਕਿਹਾ ਸੀ, ਮੈਂ ਹੀ ਜੀਵਨ ਦੀ ਰੋਟੀ ਹਾਂ। ਉਹਨਾਂ ਨੂੰ ਭੋਜਨ ਦਿੱਤਾ, ਮੁਫਤ ਵਿੱਚ ਉਹਨਾਂ ਨੂੰ ਭੋਜਨ ਦੇ ਕੇ ਉਹਨਾਂ ਦੀ ਖਬਰ ਲਈ। ਯੀਸ਼ੂ ਮਸੀਹ ਨੇ ਜਗਤ 'ਚ ਆ ਕੇ ਫ੍ਰੀ 'ਚ ਇਨਸਾਨ ਦੀ ਭੁੱਖ ਨੂੰ ਮਿਟਾਉਣ ਦੇ ਲਈ ਜੀਵਨ ਦੀ ਰੋਟੀ ਦੇ ਰੂਪ 'ਚ ਯੀਸ਼ੂ ਮਸੀਹ ਨੇ ਭੁੱਖ ਮਿਟਾਤੀ। ਕਿਹਾ, ਆ ਵੇਖੋ। ਰੋਟੀ ਨੂੰ ਹੱਥ 'ਚ ਲੈ ਕੇ ਉਸ ਨੂੰ ਤੋੜ ਕੇ ਧੰਨਵਾਦ ਕਰਕੇ ਕਿਹਾ, ਇਹ ਮੇਰੀ ਦੇਹ ਹੈ, ਇਹ ਤੁਹਾਡੇ ਲਈ ਹੈ। ਜੋ ਕੋਈ ਇਸ ਨੂੰ ਖਾਵੇਗਾ ਅਨੰਤ ਜੀਵਨ ਪਾਉਣਗੇ। ਜੋ ਮੇਰੀ ਦੇਹ ਅਤੇ ਲਹੂ ਨੂੰ ਪੀਂਦੇ ਆ, ਅਨੰਤ ਜੀਵਨ ਉਹਨਾਂ ਦਾ ਹੀ ਆ। ਪ੍ਰਭੂ ਹੀ ਜੀਵਨ ਦੀ ਰੋਟੀ ਆ। ਜੀਵਨ ਦੀ ਰੋਟੀ ਨੂੰ ਪਾਉਣ ਦੇ ਲਈ ਕਿਸੇ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਅਤੇ ਯੀਸ਼ੂ ਮਸੀਹ ਨੇ ਜੋ ਕਰਨਾ ਸੀ ਸਲੀਬ ਤੇ ਕਰਤਾ। ਹੁਣ ਜੀਵਨ ਦੀ ਰੋਟੀ ਨੂੰ ਅਤੇ ਉਹ ਖੁਸ਼ਹਾਲੀ ਨੂੰ ਜੇ ਨਿਓਮੀ ਨੇ ਆਪਣੇ ਜੀਵਨ 'ਚ ਵੇਖਣਾ ਹੈ ਤਾਂ ਕੀ ਕਰਨਾ ਹੈ? ਕੀ ਕਰਨਾ ਬਾਈਬਲ 'ਚ ਲਿਖਿਆ ਅਤੇ ਕੀ ਕਰਨਾ ਉਹ ਵੀ ਬਾਈਬਲ 'ਚ ਆ। ਵੇਖਾਂਗੇ ਕੀ ਕੀਤਾ ਹੈ। ਪਹਿਲਾ ਪ੍ਰਚਾਰ ਕੀਤਾ ਗਿਆ ਸੱਚ ਅਤੇ ਕਿੱਥੇ ਪ੍ਰਚਾਰ ਕੀਤਾ ਗਿਆ ਅਤੇ ਕੀ ਕਿਹਾ। ਮੁਆਬ ਦੇਸ਼ 'ਚ ਪ੍ਰਚਾਰ ਹੋਇਆ। ਅਸੀਂ ਕਿੱਥੇ ਸੁਸਮਾਚਾਰ ਦਾ ਪ੍ਰਚਾਰ ਕਰਨਾ? ਜਿੱਥੇ ਵਚਨ ਪਹੁੰਚਿਆ ਨਹੀਂ ਆ ਉੱਥੇ ਪ੍ਰਚਾਰ ਕਰਨਾ। ਇਸ ਲਈ ਤਾਂ ਅੱਜ ਕਲਵਰੀ ਆਵਾਜ਼ ਦੁਆਰਾ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ 'ਚ, ਹਿਮਾਚਲ ਪ੍ਰਦੇਸ਼, ਪੱਛਮ ਬੰਗਾਲ 'ਚ, ਦਿੱਲੀ, ਜੰਮੂ ਕਸ਼ਮੀਰ ਅਤੇ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ 'ਚ, ਉੜੀਸਾ 'ਚ ਅੱਜ ਸੁਸਮਾਚਾਰ ਪਹੁੰਚਾਇਆ ਜਾ ਰਿਹਾ। ਉਸੇ ਤਰ੍ਹਾਂ ਤਮਿਲਨਾਡੂ, ਕੇਰਲਾ ਅਤੇ ਕਰਨਾਟਕਾ 'ਚ, ਆਂਧਰਾ ਪ੍ਰਦੇਸ਼ 'ਚ, ਇੰਨਾ ਹੀ ਨਹੀਂ ਅਫਗਾਨਿਸਤਾਨ, ਪਾਕਿਸਤਾਨ 'ਚ, ਗਲਫ ਕੰਟਰੀਆਂ 'ਚ ਅੱਜ ਅਸੀਂ ਸੁਸਮਾਚਾਰ ਪਹੁੰਚਾ ਪਾ ਰਹੇ ਹਾਂ। ਕਾਰਨ ਜਾਣਦੇ ਹੋ? ਮੁਆਬ ਦੇਸ਼ 'ਚ ਸੁਸਮਾਚਾਰ ਦਾ ਪ੍ਰਚਾਰ ਕੀਤਾ ਗਿਆ। ਤੁਸੀਂ ਅਨਿਆ ਜਾਤੀਆਂ ਵਿਚਕਾਰ ਸੁਸਮਾਚਾਰ ਸੁਣਾਓ। ਹਰ ਰੋਜ਼ ਮੇਰੇ ਉद्धार ਦਾ ਸੁਸਮਾਚਾਰ ਸੁਣਾਓ। ਭੈਣੋ ਤੇ ਭਰਾਓ, ਇਹ ਕਿਵੇਂ ਹੋ ਸਕਦਾ ਹੈ? ਕੀ ਸਤੀਸ਼ ਕੁਮਾਰ ਇਹ ਕਰ ਸਕਦਾ ਹੈ? ਸਤੀਸ਼ ਕੁਮਾਰ ਕੀ ਕਰ ਸਕਦਾ ਹੈ? ਵਚਨ ਜਿਵੇਂ ਆ ਉਸੇ ਤਰ੍ਹਾਂ ਹੀ ਕਰ ਸਕਦਾ। ਪਵਿੱਤਰ ਵਚਨਾਂ ਨੂੰ ਤਿਆਰੀ ਦੇ ਨਾਲ ਉੱਤਮ ਵਚਨ ਤੁਹਾਡੇ ਤੱਕ ਪਹੁੰਚਾਉਣੇ, ਉਹ ਵੀ ਚਾਰ ਦੀਵਾਰੀ ਤੱਕ ਪਹੁੰਚਾ ਰਿਹਾ ਹਾਂ। ਪਰ ਚਾਰ ਦੀਵਾਰੀ ਵਿੱਚ ਪਹੁੰਚਾਇਆ ਜਾਣ ਵਾਲਾ ਇਹ ਪਵਿੱਤਰ ਵਚਨ ਦੇਸ਼ ਦੇ ਕੋਨਿਆਂ ਤੱਕ ਪਹੁੰਚਾ ਸਕੋ, ਇਹ ਸਾਮਰਥ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ। ਤੁਸੀਂ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਸੇਵਕਾਈ ਦੇ ਲਈ ਦੇ ਦਵੋ। ਆਪਣੇ ਦਸ਼ਮਾਂਸ਼ ਬਿਨਾਂ ਰੋਕੇ ਪਰਮੇਸ਼ਵਰ ਨੂੰ ਦਵੋ। ਦਸ਼ਮਾਂਸ਼ ਆਪਣੇ ਕੋਲ ਨਾ ਰੱਖੋ ਅਤੇ ਧੰਨਵਾਦ ਦੀਆਂ ਭੇਂਟਾਂ ਜੋ ਪਰਮੇਸ਼ਵਰ ਨੂੰ ਦੇਣਾ ਉਹ ਦਵੋ। ਅਤੇ ਉਸੇ ਤਰ੍ਹਾਂ ਹੋ ਸਕੇ ਮਹੀਨੇ 'ਚ ਇੱਕ ਵਾਰ ਜਾਂ 2 ਵਾਰ ਜਾਂ ਫਿਰ 3 ਮਹੀਨੇ 'ਚ ਇੱਕ ਵਾਰ ਕਲਵਰੀ ਆਵਾਜ਼ ਪ੍ਰੋਗਰਾਮ ਦੀ ਸਹਾਇਤਾ ਕਰੋ। ਜੇ ਅਨਿਆ ਜਾਤੀਆਂ ਵਿਚਕਾਰ ਸੁਸਮਾਚਾਰ ਦਾ ਪ੍ਰਚਾਰ ਨਹੀਂ ਕਰਾਂਗੇ ਫਿਰ ਉਜੜੇ ਹੋਏ ਜੀਵਨ ਕਿਸ ਤਰ੍ਹਾਂ ਫਲਵੰਤ ਹੋਣਗੇ? ਇੱਕ ਵਾਰ ਸੋਚੋ, ਘੱਟੋ ਘੱਟ ਅੱਜ ਤੁਸੀਂ ਕਲਵਰੀ ਆਵਾਜ਼ ਦੀ ਸਹਾਇਤਾ ਨਹੀਂ ਕੀਤੀ ਤਾਂ ਅੱਜ ਤੁਸੀਂ ਸਹਾਇਤਾ ਕਰੋ। ਪਹਿਲਾਂ ਕਦੀ ਕਲਵਰੀ ਆਵਾਜ਼ ਦੀ ਸਹਾਇਤਾ ਕਰਕੇ ਹੁਣ ਬਹੁਤ ਆ। ਜੇ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਤੁਸੀਂ ਹੋਰ ਵੀ ਮਦਦ ਕਰੋ। ਹਮੇਸ਼ਾ ਕਹਿਣਾ, ਫਿਰ ਤੋਂ ਕਹਿ ਰਿਹਾ, ਇੱਕ ਪਤੀ ਪਤਨੀ ਹਰ ਸਪਾਂਸਰ ਮੀਟਿੰਗ 'ਚ ਆਉਂਦੇ ਆ।
ਉਹ ਭੈਣ ਕਹਿੰਦੀ ਸੀ ਆਪਣੇ ਹਰ ਮਹੀਨੇ ਦੀ ਤਨਖਾਹ ਕਲਵਰੀ ਆਵਾਜ਼ ਲਈ ਦਿੰਦੀਆਂ। ਆਪਣੇ ਪਤੀ ਦੀ ਤਨਖਾਹ ਨਾਲ ਅਸੀਂ ਘਰ ਚਲਾਉਂਦੇ ਹਾਂ ਅਤੇ ਆਪਣੀ ਤਨਖਾਹ ਲਿਆ ਕੇ ਮੈਂ ਕਲਵਰੀ ਆਵਾਜ਼ ਤੇ ਦਿੰਨੀ ਆ। ਹਰ ਮਹੀਨੇ ਦੀ ਤਨਖਾਹ ਸੇਵਕਾਈ ਲਈ ਦੇ ਰਹੀ ਆ। ਪਰ ਤੁਹਾਡਾ ਕੀ ਹਾਲ ਆ? ਇੱਕ ਭਰਾ ਹਰ ਹਫ਼ਤੇ ਕਲਵਰੀ ਆਵਾਜ਼ ਦੀ ਸਹਾਇਤਾ ਕਰ ਰਿਹਾ। ਉਹ ਆ ਕੇ ਮੈਨੂੰ ਮਿਲ ਕੇ ਕਹਿੰਦਾ, ਮੈਂ ਜਿੰਨਾ ਪ੍ਰਭੂ ਦੀ ਸੇਵਾ ਲਈ ਦੇ ਰਿਹਾ ਹਾਂ, ਮੈਨੂੰ ਪ੍ਰਭੂ ਹੋਰ ਦੇ ਰਹੇ ਆ। ਪਰਮੇਸ਼ਵਰ ਨੇ ਕਿੰਨੀ ਬਰਕਤ ਦਿੱਤੀ ਜਾਣਦੇ ਹੋ? ਉਹ ਮਹੀਨੇ ਦੇ ਇੱਕ ਵਾਰ ਸਾਡੇ ਕਲਵਰੀ ਟੈਂਪਲ ਦੇ ਵਿੱਚ ਆ ਕੇ ਚਾਵਲ ਦੀ ਬੋਰੀ ਦਿੰਦਾ ਸੀ। ਪਰਮੇਸ਼ਵਰ ਨੇ ਬਰਕਤ ਦਿੱਤੀ। ਉਹ ਸੋਚਦਾ ਸੀ ਕਿ ਹਫ਼ਤੇ 'ਚ ਇੱਕ ਬੋਰੀ ਦਵਾਂਗਾ, ਫਿਰ ਹਫ਼ਤੇ 'ਚ ਲਿਆ ਕੇ ਦੇਣ ਲੱਗਾ। ਪਰਮੇਸ਼ਵਰ ਨੇ ਹੋਰ ਬਰਕਤ ਦਿੱਤੀ। ਹੁਣ ਕੀ ਕਰ ਰਿਹਾ ਜਾਣਦੇ ਹੋ? ਹਰ ਰੋਜ਼ ਇੱਕ ਬੋਰੀ ਚਾਵਲ ਲਿਆ ਕੇ ਕਲਵਰੀ ਟੈਂਪਲ 'ਚ ਦੇ ਕੇ ਜਾ ਰਿਹਾ। ਸਾਲ 'ਚ 365 ਬੋਰੇ ਦੇ ਪਾ ਰਿਹਾ। ਇਹ ਕਿਵੇਂ ਹੋ ਪਾ ਰਿਹਾ? ਕਿਉਂ ਇਸ ਤਰ੍ਹਾਂ ਕਰ ਰਿਹਾ? ਮੈਂ ਪੁੱਛਿਆ, ਇਸ ਤਰ੍ਹਾਂ ਕਿਉਂ ਦੇ ਰਿਹਾ ਹੈ? ਉਹਨੇ ਕਿਹਾ, ਮੈਂ ਜਿੰਨਾ ਦੇ ਰਿਹਾ ਹਾਂ ਪ੍ਰਭੂ ਮੈਨੂੰ ਜ਼ਿਆਦਾ ਦੇ ਰਿਹਾ। ਤੁਹਾਡੇ ਵਚਨਾਂ ਨੂੰ ਸੁਣ ਕੇ ਮੈਂ ਉਸੇ ਤਰ੍ਹਾਂ ਕਰ ਰਿਹਾ ਹਾਂ ਅਤੇ ਪ੍ਰਭੂ ਮੈਨੂੰ ਆਸ਼ੀਸ਼ ਦੇ ਰਹੇ ਆ। ਹੁਣ ਮੇਰਾ ਟਾਰਗੇਟ ਇਹ ਹੈ ਕਿ 1000 ਪ੍ਰੋਗਰਾਮ ਦੀ ਮਦਦ ਕਰਨੀ ਆ। 1000 ਵਾਰ ਕਲਵਰੀ ਆਵਾਜ਼ ਦੀ ਸਹਾਇਤਾ ਕਰਕੇ ਕਰੋੜਾਂ ਲੋਕਾਂ ਨੂੰ ਸੁਸਮਾਚਾਰ ਸੁਣਾਉਣਾ। ਮੈਂ ਸੋਚ ਰਿਹਾ ਹਾਂ ਕਿ ਕਲਵਰੀ ਆਵਾਜ਼ ਦੀ ਸਹਾਇਤਾ ਕਰਨ ਵਾਲਾ ਸਭ ਤੋਂ ਅੱਗੇ ਪਰਿਵਾਰ ਸਾਡਾ ਹੋਣਾ ਚਾਹੀਦਾ। ਪਿਆਰਿਓ, ਇਹ ਹੈ ਸਵਾਲ। ਇਹਨਾਂ ਗੱਲਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ, ਤੁਹਾਡਾ ਖਿਆਲ ਕੀ ਆ? ਗੌਰ ਕਰੋ, ਚੇਲਿਆਂ ਦੇ ਕਰਤੱਵ 1 ਅਧਿਆਇ ਉਹਦੀ 8 ਆਇਤ ਵਿੱਚ। ਅਤੇ ਜਦੋਂ ਪਵਿੱਤਰ ਆਤਮਾ ਤੁਹਾਡੇ ਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪਾਓਗੇ। ਅਤੇ ਇਸ ਬਾਰੇ ਪ੍ਰਭੂ ਨੇ ਕਿਹਾ, ਤੁਸੀਂ ਯਰੂਸ਼ਲਮ ਦੇ ਵਿੱਚ ਰੁਕੇ ਰਹੋ ਅਤੇ ਮੈਂ ਜਾ ਕੇ ਪਵਿੱਤਰ ਆਤਮਾ ਪਰਮੇਸ਼ਵਰ ਨੂੰ ਭੇਜਾਂਗਾ। ਉਹ ਜਦ ਆਏਗਾ ਤੁਸੀਂ ਸ਼ਕਤੀ ਪਾਓਗੇ। ਤੁਸੀਂ ਸ਼ਕਤੀ ਪਾ ਕੇ ਸਾਰੇ ਯਹੂਦੀਆ ਅਤੇ ਸਾਰੇ ਸਾਮਰੀਆ 'ਚ ਮੇਰੇ ਤੁਸੀਂ ਅਤੇ ਧਰਤੀ ਦੇ ਕੋਨਿਆਂ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ। ਪਵਿੱਤਰ ਆਤਮਾ ਦੀ ਸਾਮਰਥ ਦੇ ਭਰਨ ਤੇ ਤੁਸੀਂ ਚੁੱਪ ਨਾ ਰਹਿ ਸਕੋਗੇ। ਯਰੂਸ਼ਲਮ 'ਚ ਸੁਸਮਾਚਾਰ ਦਾ ਪ੍ਰਚਾਰ ਕਰੋਗੇ ਅਤੇ ਫਿਰ ਯਹੂਦੀਆ 'ਚ ਜਾਓਗੇ ਅਤੇ ਫਿਰ ਸਾਮਰੀਆ ਵਿੱਚ ਜਾਓਗੇ ਅਤੇ ਫਿਰ ਧਰਤੀ ਦੇ ਕੋਨਿਆਂ ਤੱਕ ਜਾਓਗੇ। ਤੁਹਾਨੂੰ ਲੈ ਕੇ ਜਾਣ ਦੇ ਲਈ ਹੀ ਪਵਿੱਤਰ ਆਤਮਾ ਪਰਮੇਸ਼ਵਰ ਨੂੰ ਭੇਜ ਰਿਹਾ ਹਾਂ। ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਫ਼-ਸਾਫ਼ ਕਿਹਾ ਸੀ। ਪਰ ਕੀ ਹੋਇਆ ਜਾਣਦੇ ਹੋ? ਸ਼ੁਰੂਆਤ ਦੀ ਕਲੀਸਿਆ, ਚੇਲੇ ਦੀ ਅਗਵਾਈ 'ਚ ਚੱਲਣ ਵਾਲੀ ਕਲੀਸਿਆ ਯਰੂਸ਼ਲਮ 'ਚ ਹੀ ਰੁਕ ਗਏ। ਯਰੂਸ਼ਲਮ ਦੇ ਵਿੱਚ ਉਹਨਾਂ ਕੋਲ ਜੋ ਕੁਝ ਵੀ ਸੀ ਉਹ ਸਾਰੇ ਆਪਸ 'ਚ ਵੰਡਦੇ ਸੀ। ਪ੍ਰਾਰਥਨਾ ਕਰਨ 'ਚ, ਵਚਨ ਦੀ ਸਿੱਖਿਆ 'ਚ ਅਤੇ ਸੰਗਤੀ 'ਚ, ਉਸੇ ਤਰ੍ਹਾਂ ਰੋਟੀ ਤੋੜਨ ਦੇ ਵਿੱਚ ਉਹ ਲੱਗੇ ਰਹੇ। ਬੜੀ ਖੁਸ਼ੀ ਦੀ ਗੱਲ ਆ। ਸ਼ੁਰੂਆਤ ਦੀ ਕਲੀਸਿਆ ਬੜੀ ਖੁਸ਼ੀ ਦੇ ਨਾਲ ਅੱਗੇ ਵਧ ਰਹੀ ਸੀ। ਵਧੀਆ ਗੱਲ ਆ। ਇੱਕ ਵਾਰ 3000 ਲੋਕਾਂ ਨੇ ਅਤੇ ਫਿਰ 5000 ਲੋਕਾਂ ਨੇ ਮਨ ਫਿਰਾਇਆ। ਬਹੁਤ ਘੱਟ ਸਮੇਂ 'ਚ ਸ਼ੁਰੂਆਤ ਦੀ ਕਲੀਸਿਆ ਬਹੁਤ ਹੀ ਵੱਧ ਗਈ। ਚੰਗੀ ਗੱਲ ਆ। ਪਰ ਉਹ ਭੁੱਲ ਗਏ। ਜਾਣਦੇ ਹੋ ਕੀ? ਪਹਿਲਾਂ ਤੁਸੀਂ ਯਰੂਸ਼ਲਮ 'ਚ ਅਤੇ ਫਿਰ ਯਹੂਦੀਆ 'ਚ, ਉਸ ਤੋਂ ਬਾਅਦ ਸਾਮਰੀਆ 'ਚ ਅਤੇ ਫਿਰ ਧਰਤੀ ਦੇ ਕੋਨੇ ਤੱਕ ਮੇਰੇ ਸੁਸਮਾਚਾਰ ਦਾ ਪ੍ਰਚਾਰ ਕਰੋ। ਮੇਰੇ ਗਵਾਹ ਬਣ ਜਾਓ। ਪਰਮੇਸ਼ਵਰ ਦੀ ਦਿੱਤੀ ਆਗਿਆ ਨੂੰ ਭੁੱਲ ਕੇ ਉਹ ਯਰੂਸ਼ਲਮ ਦੇ ਵਿੱਚ ਹੀ ਰੁਕ ਗਏ। ਫਿਰ ਜਾਣਦੇ ਹੋ ਕੀ ਹੋਇਆ? ਦੂਸਰਾ ਰਾਜਾ 7ਵਾਂ ਅਧਿਆਇ ਉਹਦੇ 9ਵੇਂ ਵਚਨ 'ਚ। ਇਹ ਆਨੰਦ ਦੇ ਸਮਾਚਾਰ ਦਾ ਦਿਨ ਆ। ਅਸੀਂ ਕਿਵੇਂ ਚੁੱਪ ਰਹਿ ਸਕਦੇ ਹਾਂ? ਜੇ ਅਸੀਂ ਚੁੱਪ ਰਵਾਂਗੇ ਤਾਂ ਕੱਲ ਦੇ ਦਿਨ ਸਾਡੇ ਉੱਪਰ ਸਜ਼ਾ ਆਏਗੀ। ਜਿੰਨੇ ਸਾਫ਼ ਤਰੀਕੇ ਨਾਲ ਪੁਰਾਣੇ ਨਿਯਮ 'ਚ ਲਿਖਿਆ ਗਿਆ ਹੈ, ਓਨਾ ਹੀ ਸਾਫ਼-ਸਾਫ਼ ਨਵੇਂ ਨਿਯਮ ਦੇ ਵਿੱਚ ਵੀ ਲਿਖਿਆ ਗਿਆ ਹੈ। ਅਤੇ ਫਿਰ ਕੀ ਹੋਇਆ? ਸੁਸਮਾਚਾਰ ਤੱਕ ਜਿਨ੍ਹਾਂ ਨੇ ਯਹੂਦੀਆ ਤੱਕ, ਸਾਮਰੀਆ ਤੱਕ ਅਤੇ ਧਰਤੀ ਦੇ ਕੋਨਿਆਂ ਤੱਕ ਜਿਨ੍ਹਾਂ ਨੇ ਪਹੁੰਚਾਉਣਾ ਸੀ, ਉਹ ਸ਼ੁਰੂਆਤੀ ਕਲੀਸਿਆ ਯਰੂਸ਼ਲਮ ਦੇ ਵਿੱਚ ਹੀ ਰੁਕ ਗਈ। ਅਤੇ ਫਿਰ ਚੇਲਿਆਂ ਦੇ ਕਰਤੱਵ 8 ਅਧਿਆਇ ਪਹਿਲੇ ਵਚਨ ਤੋਂ ਉਸੇ ਦਿਨ ਯਰੂਸ਼ਲਮ ਦੀ ਕਲੀਸਿਆ ਤੇ ਕੀ ਹੋਇਆ? ਉਸੇ ਦਿਨ ਸ਼ੁਰੂਆਤੀ ਕਲੀਸਿਆ ਤੇ ਵੱਡਾ ਸਤਾਵ ਸ਼ੁਰੂ ਹੋਇਆ। ਯਰੂਸ਼ਲਮ ਦੀ ਕਲੀਸਿਆ ਤੇ ਵੱਡਾ ਸਤਾਵ ਹੋਇਆ। ਸਾਰੇ ਖਿੱਲਰ ਗਏ। ਯਰੂਸ਼ਲਮ ਦੀ ਕਲੀਸਿਆ ਦੇ ਲੋਕ ਅਲੱਗ-ਅਲੱਗ ਹੋ ਗਏ। ਕਾਰਨ ਜਾਣਦੇ ਹੋ? ਉਹ ਉੱਥੇ ਹੀ ਰੁਕ ਗਏ ਸੀ। ਪਰਮੇਸ਼ਵਰ ਦੀ ਆਗਿਆ ਭੁੱਲ ਗਏ ਸੀ। ਵੱਡਾ ਸਤਾਵ ਅਤੇ ਵੱਡੀ ਸਜ਼ਾ ਯਰੂਸ਼ਲਮ ਦੀ ਕਲੀਸਿਆ ਤੇ ਆਈ ਅਤੇ ਤਿੱਤਰ-ਬਿੱਤਰ ਹੋਣ ਦੇ ਨਾਲ ਕੀ ਹੋਇਆ ਜਾਣਦੇ ਹੋ? ਉਹ ਸਾਰੇ ਯਰੂਸ਼ਲਮ ਦੇ ਵਿੱਚੋਂ ਤਿੱਤਰ-ਬਿੱਤਰ ਹੋ ਗਏ। ਚੌਥੇ ਵਚਨ 'ਚ ਇਸ ਤਰ੍ਹਾਂ ਲਿਖਿਆ ਹੈ, ਜੋ ਤਿੱਤਰ-ਬਿੱਤਰ ਹੋ ਗਏ, ਜੋ
ਤਿੱਤਰ ਬਿੱਤਰ ਹੋਏ ਸੀ, ਉਹ ਸੁਸਮਾਚਾਰ ਨੂੰ ਸੁਣਾਉਂਦੇ ਹੋਏ ਕੀ ਕਰਦੇ ਰਹੇ? ਫਿਰਦੇ ਰਹੇ। ਇਹ ਜਿਵੇਂ ਹੀ ਤਿੱਤਰ ਬਿੱਤਰ ਹੋਏ, ਇਹਨਾਂ ਨੂੰ ਅਕਲ ਆਈ, ਹਾਏ ਅਸੀਂ ਸੁਸਮਾਚਾਰ ਸੁਣਿਆ, ਵਿਸ਼ਵਾਸ ਕੀਤਾ, ਉद्धार ਪਾਇਆ ਅਤੇ ਪਰਮੇਸ਼ਵਰ ਦੇ ਹੁਕਮ ਨੂੰ ਭੁੱਲ ਗਏ, ਸੁਸਮਾਚਾਰ ਛੱਡ ਦਿੱਤਾ। ਤਿੱਤਰ ਬਿੱਤਰ ਹੋਣ ਤੋਂ ਬਾਅਦ ਉਹਨਾਂ ਦੀ ਜਾਇਦਾਦ ਨਾਲ ਨਹੀਂ ਆਈ, ਉਹਨਾਂ ਦੇ ਨਾਲ ਉਹਨਾਂ ਦਾ ਕੋਈ ਵੀ ਸਮਾਨ ਨਹੀਂ ਆਇਆ। ਜਾਣਦੇ ਹੋ ਕੀ ਆਇਆ? ਉਹਨਾਂ ਨੇ ਜਿਹਦੇ ਤੇ ਵਿਸ਼ਵਾਸ ਕੀਤਾ ਅਤੇ ਸੁਸਮਾਚਾਰ, ਉਸ ਨੂੰ ਫੜ ਕੇ ਇਹਨਾਂ ਨੇ ਕੀ ਕੀਤਾ ਜਾਣਦੇ ਹੋ? ਪਹਿਲਾਂ ਯਹੂਦੀਆ 'ਚ ਅਤੇ ਫਿਰ ਸਾਮਰੀਆ 'ਚ ਅਤੇ ਧਰਤੀ ਦੇ ਕੋਨਿਆਂ ਤੱਕ ਜਾ ਕੇ ਸੁਸਮਾਚਾਰ ਦਾ ਪ੍ਰਚਾਰ ਕੀਤਾ। ਪਰਮੇਸ਼ਵਰ ਨੇ ਕੀ ਕੀਤਾ? ਪਰਮੇਸ਼ਵਰ ਨੇ ਜੋ ਕਿਹਾ ਸੀ ਉਹ ਆਪਣੇ ਲੋਕਾਂ ਤੋਂ ਕਰਵਾਇਆ। ਉਹਨਾਂ ਨੇ ਕਦੋਂ ਕੀਤਾ? ਜਦੋਂ ਸਜ਼ਾ ਆ ਗਈ, ਜਦੋਂ ਸਤਾਏ ਗਏ, ਉਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਸਜ਼ਾ ਭੇਜੀ ਅਤੇ ਫਿਰ ਹੀ ਉਹ ਸਮਝਦਾਰ ਹੋਏ। ਅਤੇ ਤੁਹਾਨੂੰ ਇਸ ਚੋਂ ਕੀ ਸਮਝ ਆ ਰਿਹਾ? ਅਤੇ ਅੱਜ ਜੋ ਸਮਾਂ ਸਾਡੇ ਕੋਲ ਹੈ ਅਤੇ ਜੋ ਟੈਲੈਂਟ ਸਾਡੇ ਕੋਲ ਹੈ ਅਤੇ ਜੋ ਸਾਡੇ ਕੋਲ ਮੌਕਾ ਹੈ ਅਤੇ ਅਸੀਂ ਜਿੱਥੇ ਰਹਿ ਰਹੇ ਹਾਂ ਅੱਜ, ਜਿੱਥੇ ਅਸੀਂ ਨੌਕਰੀ ਕਰਦੇ ਹਾਂ, ਜਿੱਥੇ ਪੜ੍ਹਦੇ ਹਾਂ, ਉੱਥੇ ਪ੍ਰਭੂ ਦੇ ਗਵਾਹ ਹੋ ਕੇ ਰਹਿਣਾ ਹੈ। ਇਹ ਆਨੰਦ ਦੇ ਸੁਸਮਾਚਾਰ ਦਾ ਦੇਣਾ। ਅਸੀਂ ਚੁੱਪ ਨਹੀਂ ਰਹਿਣਾ। ਜੇ ਅਸੀਂ ਚੁੱਪ ਰਵਾਂਗੇ ਤਾਂ ਕੋਈ ਸਜ਼ਾ, ਕੋਈ ਬਿਪਤਾ, ਕੋਈ ਮੁਸੀਬਤ ਅਚਾਨਕ ਸਾਡੇ ਤੇ ਆ ਪਵੇਗੀ। ਇਹ ਆਉਣ ਤੋਂ ਪਹਿਲਾਂ ਜੇ ਜ਼ਿੰਮੇਵਾਰੀ ਸਮਝੀਏ ਤਾਂ ਕਿੰਨਾ ਵਧੀਆ ਹੋਵੇਗਾ। ਪ੍ਰਚਾਰ ਕੀਤਾ ਗਿਆ ਸੱਚ। ਪਰਮੇਸ਼ਵਰ ਨੇ ਬੈਤਲਹਮ ਦੀ ਕਲੀਸਿਆ ਦੀ ਖਬਰ ਲਈ। ਇਹ ਤਾਂ ਸੱਚ ਆ। ਜੋ ਭੋਜਨ ਤੋਂ ਬਿਨਾਂ ਤੜਫ ਰਹੇ ਸੀ, ਉਹਨਾਂ ਨੂੰ ਭੋਜਨ ਦਿੱਤਾ। ਇਹ ਸੱਚ ਆ। ਭੁੱਖਿਆਂ ਨੂੰ ਭੋਜਨ ਚਾਹੀਦਾ ਹੈ। ਅੱਜ ਨਾਸ਼ ਹੋਣ ਵਾਲੇ ਲੋਕਾਂ ਨੂੰ ਜੀਵਨ ਦੀ ਰੋਟੀ ਯਿਸੂ ਚਾਹੀਦਾ ਹੈ। ਇਸ ਤਰ੍ਹਾਂ ਲਿਖਿਆ, ਜੋ ਮੇਰੀ ਦੇਹ ਨੂੰ ਖਾਂਦਾ ਹੈ, ਜੋ ਮੇਰੇ ਲਹੂ ਨੂੰ ਪੀਵੇ, ਅਨੰਤ ਜੀਵਨ ਉਹਦਾ ਹੀ ਆ। ਜੇ ਅਸੀਂ ਅਨੰਤ ਜੀਵਨ ਪਾਉਣਾ ਹੈ, ਸਾਨੂੰ ਮਸੀਹ ਰੂਪੀ ਰੋਟੀ ਨੂੰ ਖਾਣਾ ਹੀ ਪਵੇਗਾ। ਉਹ ਮਸੀਹ ਪਰਮੇਸ਼ਵਰ ਨੇ ਸਾਨੂੰ ਫ੍ਰੀ 'ਚ ਦਿੱਤਾ। ਸਾਨੂੰ ਖਰੀਦਣ ਦੀ ਲੋੜ ਨਹੀਂ ਆ, ਸਾਨੂੰ ਪੈਸੇ ਲਾਉਣ ਦੀ ਲੋੜ ਨਹੀਂ। ਇਹ ਉद्धार ਸਾਨੂੰ ਫ੍ਰੀ ਦੇ ਵਿੱਚ ਮਿਲਿਆ ਹੈ। ਬੈਤਲਹਮ ਦੇ ਲੋਕਾਂ ਨੇ ਜਦ ਪਰਮੇਸ਼ਵਰ ਦੇ ਤਰਸ ਦਾ ਇੰਤਜ਼ਾਰ ਕੀਤਾ ਤਾਂ ਪਰਮੇਸ਼ਵਰ ਨੇ ਮੁਫਤ ਵਿੱਚ ਉਹਨਾਂ ਦੀ ਖਬਰ ਲੈ ਕੇ ਉਹਨਾਂ ਦਾ ਪੇਟ ਭਰਿਆ। ਅਤੇ ਇਹ ਖਬਰ ਕੋਈ ਮੁਆਬ ਦੇਸ਼ 'ਚ ਲੈ ਕੇ ਗਿਆ। ਮੁਆਬ ਦੇਸ਼ 'ਚ ਲਿਜਾ ਕੇ ਮੁਆਬ ਦੇਸ਼ 'ਚ ਰਹਿਣ ਵਾਲੀ ਨਿਓਮੀ ਤੱਕ ਪਹੁੰਚਾਇਆ। ਨਿਓਮੀ, ਜਾਣਦੇ ਹੋ ਕੀ ਹੋਇਆ? ਕੀ ਹੋਇਆ? ਯਹੋਵਾ ਨੇ ਤਰਸ ਕੀਤਾ। ਉਹ ਤਰਸ ਕਰਨ ਵਾਲਾ ਹੈ। ਉਹਨੇ ਤੁਹਾਡੇ ਲੋਕਾਂ ਦੀ ਖਬਰ ਲਈ। ਬੈਤਲਹਮ ਦੇ ਲੋਕ ਜੋ ਭੁੱਖ ਨਾਲ ਤੜਫ ਰਹੇ ਸੀ, ਉਹਨਾਂ ਨੇ ਭੋਜਨ ਕੀਤਾ। ਪਰਮੇਸ਼ਵਰ ਨੇ ਖਬਰ ਲਈ। ਇੱਕ ਖੁਸ਼ਖਬਰੀ ਸੁਣਾਈ ਗਈ। ਕਿੱਥੇ ਸੁਣਾਈ ਗਈ? ਅਨਿਆਂ ਜਾਤੀਆਂ ਵਿਚਕਾਰ। ਯਿਸੂ ਮਸੀਹ ਦੇ 12 ਚੇਲੇ ਸੀ। ਉਹਨਾਂ ਵਿੱਚੋਂ ਇੱਕ ਨੇ ਯਿਸੂ ਨੂੰ ਵੇਚ ਕੇ ਆਪਣੇ ਆਪ ਨੂੰ ਫਾਂਸੀ ਲਾ ਲਈ। ਉਸ ਤੋਂ ਬਾਅਦ ਇੱਕ ਚੇਲਾ ਉਹਨਾਂ ਚੇਲਿਆਂ ਨਾਲ ਜੋੜ ਦਿੱਤਾ ਗਿਆ। ਪੂਰੇ 12 ਚੇਲੇ ਸੀ। ਉਹਨਾਂ 12 ਚੇਲਿਆਂ ਵਿੱਚੋਂ ਇੱਕ ਚੇਲਾ ਪਰਮੇਸ਼ਵਰ ਦੁਆਰਾ ਉਤਸ਼ਾਹਿਤ ਕੀਤਾ ਗਿਆ। ਤੂੰ ਜਾ, ਤੂੰ ਜਾ, ਸੁਸਮਾਚਾਰ ਲੈ ਕੇ ਜਾ। ਕਿੱਥੇ ਜਾਵਾਂ? ਫਲਾਨੀ ਜਗ੍ਹਾ ਤੇ ਜਾਵਾਂ। ਉਸ ਜਗ੍ਹਾ ਨੂੰ ਮੈਂ ਨਹੀਂ ਜਾਣਦਾ ਪ੍ਰਭੂ। ਕੋਈ ਗੱਲ ਨਹੀਂ ਪ੍ਰਭੂ, ਮੈਂ ਉਹਨਾਂ ਦੀ ਭਾਸ਼ਾ ਵੀ ਨਹੀਂ ਜਾਣਦਾ। ਕੋਈ ਗੱਲ ਨਹੀਂ, ਇਸ ਤੋਂ ਪਹਿਲਾਂ ਪ੍ਰਭੂ ਮੈਂ ਕਦੇ ਨਹੀਂ ਗਿਆ ਸੀ। ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਆਵਾਂਗਾ। ਜਾ। ਜੇ ਉੱਥੇ ਜਾਵਾਂਗਾ ਤਾਂ ਸ਼ਾਇਦ ਮੈਨੂੰ ਮਾਰ ਦੇਣਗੇ ਪ੍ਰਭੂ। ਕੋਈ ਗੱਲ ਨਹੀਂ। ਪਾਪੀ ਮਨੁੱਖਾਂ ਦੇ ਲਈ ਪਰਮੇਸ਼ਵਰ ਦਾ ਪੁੱਤਰ ਹੋ ਕੇ ਮੈਂ ਹੀ ਮਰਿਆ ਤਾਂ ਮੇਰੇ ਲਈ ਤੇਰਾ ਮਰਨਾ ਕੋਈ ਵੱਡੀ ਗੱਲ ਨਹੀਂ। ਇਸ ਲਈ ਤੂੰ ਜਾ। ਪਰਮੇਸ਼ਵਰ ਦੀ ਆਗਿਆ ਮੰਨ ਕੇ ਉਹ ਵਿਅਕਤੀ ਯਾਤਰਾ ਕਰਦੇ ਉਸ ਦੇਸ਼ 'ਚ ਪਹੁੰਚਿਆ। ਜਦ ਉਸ ਦੇਸ਼ ਦੇ ਵਿੱਚ ਗਿਆ, ਉੱਥੋਂ ਦੇ ਲੋਕਾਂ ਨੇ ਉਸ ਨੂੰ ਗ੍ਰਹਿਣ ਨਾ ਕੀਤਾ। ਉਹਦੇ ਦੁਆਰਾ ਕੀਤੀਆਂ ਪ੍ਰਾਰਥਨਾਵਾਂ ਸਫਲ ਹੋਈਆਂ। ਉਹਦੇ ਦੁਆਰਾ ਕੀਤਾ ਗਿਆ ਪ੍ਰਚਾਰ ਵੀ ਸਫਲ ਹੋ ਗਿਆ। ਸੁਸਮਾਚਾਰ ਦੀ ਸੇਵਾ ਹੋਈ। ਉਹਨਾਂ ਦੇ ਹੰਝੂ ਬਹਾਉਂਦੇ ਹੋਏ ਬੋਏ ਗਏ ਬੀਜ ਕੀਤਾ ਗਿਆ ਪ੍ਰਚਾਰ ਉਸ ਦੇਸ਼ 'ਚ ਫਲਵੰਤ ਹੋਇਆ। ਪਹਾੜ ਦੇ ਉੱਪਰ ਇੱਕ ਦਿਨ ਪ੍ਰਾਰਥਨਾ ਕਰਦੇ ਸਮੇਂ ਪਿੱਛੋਂ ਆ ਕੇ ਉਹਦੇ ਬਰਸ਼ਾ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ। ਅੱਜ ਵੀ ਅਸੀਂ ਉਹਨਾਂ ਦੀ ਕਬਰ ਨੂੰ ਉੱਥੇ ਵੇਖਦੇ ਹਾਂ। ਯਿਸੂ ਮਸੀਹ ਦੇ ਚੇਲਿਆਂ ਦੇ ਵਿੱਚੋਂ ਇੱਕ ਚੇਲਾ ਉਹਨਾਂ ਦੀ ਆਗਿਆ ਮੰਨ ਕੇ ਉਸ ਦੇਸ਼ 'ਚ ਗਿਆ ਜਿੱਥੇ ਉਹਨੂੰ ਕੋਈ ਜਾਣਦਾ ਨਹੀਂ ਸੀ, ਨਾ ਭਾਸ਼ਾ ਜਾਣਦਾ ਸੀ, ਅਤੇ ਉਹਨਾਂ ਵਿਚਕਾਰ ਜਾ ਕੇ
ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਜਦੋਂ ਉਹ ਪ੍ਰਚਾਰ ਕਰ ਹੀ ਰਿਹਾ ਸੀ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ। ਉਸ ਦੇਸ਼ 'ਚ ਉਹਨਾਂ ਨੂੰ ਮਾਰਨ ਤੋਂ ਬਾਅਦ ਉਸੇ ਦੇਸ਼ 'ਚ ਉਹਨਾਂ ਨੂੰ ਦਫਨਾ ਦਿੱਤਾ ਗਿਆ, ਪਰ ਉਹਨਾਂ ਦਾ ਸੁਣਾਇਆ ਗਿਆ ਸੁਸਮਾਚਾਰ ਦਫਨ ਨਾ ਹੋਇਆ। ਉਹਨਾਂ ਦਾ ਸੁਣਾਇਆ ਗਿਆ ਸੁਸਮਾਚਾਰ ਦਫਨ ਨਹੀਂ ਹੋਇਆ ਅਤੇ ਉਹ ਅੱਜ ਤੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅੱਜ ਦੇ ਦਿਨ ਵੀ ਸਾਡੇ ਤੱਕ ਪਹੁੰਚਿਆ। ਅਤੇ ਉਹੀ ਪ੍ਰਭੂ ਯੀਸ਼ੂ ਦੇ ਚੇਲਿਆਂ ਵਿੱਚੋਂ ਜਿਹਦਾ ਨਾਮ ਹੈ ਥੋਮਾ, ਉਹ ਦੇਸ਼ ਸਾਡਾ ਭਾਰਤ ਦੇਸ਼ ਹੈ। ਮੈਂ ਕੀ ਕਰਨਾ ਉਸ ਦੇਸ਼ ਦੇ ਲੋਕਾਂ ਤੋਂ? ਸੱਚ ਨੂੰ ਜਾਣੇ ਬਿਨਾਂ ਨਾਸ਼ ਹੋ ਰਿਹਾ ਤਾਂ ਮੈਂ ਕਿਉਂ ਜਾਵਾਂ? ਮੈਂ ਆਪਣੀ ਜਾਨ ਕਿਉਂ ਗਵਾਵਾਂ? ਆਪਣੇ ਪਰਿਵਾਰ ਨੂੰ ਛੱਡ ਕੇ ਮੈਂ ਉੱਥੇ ਜਾ ਕੇ ਆਪਣੀ ਜਾਨ ਕਿਉਂ ਖਤਰੇ 'ਚ ਪਾਵਾਂ? ਜੇ ਇਸ ਤਰ੍ਹਾਂ ਸੋਚਦਾ, ਥੋਮਾ ਇਸ ਦੇਸ਼ 'ਚ ਨਾ ਆਉਂਦਾ। ਸਾਡੇ ਦੇਸ਼ 'ਚ ਆ ਕੇ ਸੁਸਮਾਚਾਰ ਦਾ ਪ੍ਰਚਾਰ ਕਰਨ ਤੇ ਥੋਮੇ ਨੂੰ ਮਾਰ ਦਿੱਤਾ ਗਿਆ, ਦਫਨਾ ਦਿੱਤਾ ਗਿਆ, ਪਰ ਸੁਸਮਾਚਾਰ ਦਫਨ ਨਹੀਂ ਹੋਇਆ। ਜੇ ਅੱਜ ਅਸੀਂ ਪਰਮੇਸ਼ਵਰ ਦੀ ਆਰਾਧਨਾ ਇਸ ਤਰ੍ਹਾਂ ਕਰ ਪਾ ਰਹੇ ਹਾਂ ਤਾਂ ਜੇ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਸੁਸਮਾਚਾਰ ਸੁਣ ਰਹੇ ਹਾਂ ਤਾਂ ਉਸ ਦਿਨ ਉਹ ਇਨਸਾਨ ਨੇ ਸੱਚ ਨੂੰ ਲੁਕਾਏ ਬਿਨਾਂ ਪ੍ਰਚਾਰ ਕੀਤਾ। ਇਸ ਲਈ ਅਸੀਂ ਜੋ ਅਨਿਆ ਜਾਤੀਆਂ ਸਾਡੇ ਵਿਚਕਾਰ ਆ ਕੇ ਸੁਸਮਾਚਾਰ ਸੁਣਾਇਆ, ਇਸ ਲਈ ਅੱਜ ਲੱਖਾਂ ਲੋਕ, ਕਰੋੜਾਂ ਲੋਕ ਮਸੀਹ ਨੂੰ ਮੁਕਤੀਦਾਤਾ ਗ੍ਰਹਿਣ ਕਰ ਚੁੱਕੇ ਆ। ਜੇ ਤੁਸੀਂ ਥੋਮੇ ਦੀ ਜਗ੍ਹਾ ਤੇ ਹੁੰਦੇ ਅਤੇ ਉਹਦੇ ਵਰਗਾ ਵਿਵਹਾਰ ਕਰਦੇ ਤਾਂ ਮੈਂ ਤੁਹਾਡੇ ਤੋਂ ਪੁੱਛਦਾ ਕਿ ਤੁਹਾਡਾ ਪਰਿਵਾਰ ਬਚਾਇਆ ਜਾਂਦਾ? ਇੱਕ ਵਾਰ ਸੋਚੋ। ਉਸ ਦਿਨ ਥੋਮੇ ਨੇ ਇੱਕ ਫੈਸਲਾ ਕੀਤਾ, ਮੇਰੀ ਜਾਨ ਵੀ ਚਲੀ ਜਾਏ, ਇਹ ਸੋਚ ਕੇ ਉਹ ਭਾਰਤ ਦੇਸ਼ ਦੇ ਵਿੱਚ ਆ ਗਿਆ, ਸੁਸਮਾਚਾਰ ਸੁਣਾਇਆ ਅਤੇ ਸੁਣਾਉਂਦੇ ਹੋਏ ਆਪਣੀ ਜਾਨ ਗਵਾ ਦਿੱਤੀ। ਸਿਰਫ ਥੋਮਾ ਹੀ ਨਹੀਂ, 12 ਚੇਲਿਆਂ ਦੇ ਵਿੱਚੋਂ ਸੁਸਮਾਚਾਰ ਸੁਣਾਉਣ ਦੇ ਕਾਰਨ 12 ਚੇਲਿਆਂ ਨੇ ਜਾਨ ਗਵਾ ਲਈ ਅਤੇ ਜਾਨ ਗਵਾਈ ਹੀ ਨਹੀਂ, ਨਾ ਹੀ ਸੁਸਮਾਚਾਰ ਨੂੰ ਲੁਕਾਇਆ ਅਤੇ ਨਾ ਹੀ ਇਸ ਨੂੰ ਗੁਪਤ ਰੱਖਿਆ। ਸੁਸਮਾਚਾਰ ਨੂੰ ਸੁਣਾਉਣ ਦੇ ਲਈ ਲਾਪਰਵਾਹੀ ਨਹੀਂ ਕੀਤੀ। ਕਿ ਅਸੀਂ ਵੀ ਪਰਮੇਸ਼ਵਰ ਦੀ ਸੰਤਾਨ ਹਾਂ ਤਾਂ ਅਸੀਂ ਕਿਵੇਂ ਚੁੱਪ ਰਵਾਂਗੇ? ਉਸ ਦਿਨ ਨਿਓਮੀ ਨੂੰ ਖੁਸ਼ਖਬਰੀ ਸੁਸਮਾਚਾਰ ਕਿਸੇ ਨੇ ਆ ਕੇ ਦੱਸਿਆ। ਕਿੱਥੇ? ਮੁਆਬ ਦੇ ਦੇਸ਼ 'ਚ। ਜਦੋਂ ਉਹਨਾਂ ਨੇ ਸੁਸਮਾਚਾਰ ਸੁਣਿਆ, ਪਰਮੇਸ਼ਵਰ ਨੇ ਤਰਸ ਕੀਤਾ। ਪਰਮੇਸ਼ਵਰ ਨੇ ਆਪਣੇ ਲੋਕਾਂ ਦੀ ਖਬਰ ਲੈ ਕੇ ਉਹਨਾਂ ਨੂੰ ਭੋਜਨ ਦਿੱਤਾ। ਇਹ ਗੱਲ ਸੁਣੀ ਤਾਂ ਉਹਨਾਂ ਨੇ ਇੱਕ ਸੱਚ ਨੂੰ ਸਮਝਿਆ, ਇੱਕ ਫੈਸਲਾ ਲਿਆ। ਅਸੀਂ ਵੇਖਦੇ ਹਾਂ 6ਵੇਂ ਤੇ 7ਵੇਂ ਵਚਨ 'ਚ, ਜਿਵੇਂ ਹੀ ਸੁਸਮਾਚਾਰ ਸੁਣਿਆ, ਨਿਓਮੀ ਨੇ ਇੱਕ ਫੈਸਲਾ ਕਰ ਲਿਆ। ਮੁਆਬ ਦੇਸ਼ ਨੂੰ ਛੱਡ ਕੇ ਉਹ ਬੈਤਲਹਮ ਦੇ ਵਿੱਚ ਚਲੀ ਗਈ। ਤੁਹਾਨੂੰ ਸਲਾਮਤੀ ਚਾਹੀਦੀ ਆ? ਅਕਾਲ 'ਚ ਫਸਿਆ ਜੀਵਨ ਕੀ ਤੁਸੀਂ ਚਾਹੁੰਦੇ ਹੋ ਫਲਵੰਤ ਹੋ ਜਾਵੇ? ਪਰਮੇਸ਼ਵਰ ਜੋ ਬਰਕਤ ਤੁਹਾਨੂੰ ਦੇਣਾ ਚਾਹੁੰਦੀ ਹੋ, ਜੇ ਪਾਉਣਾ ਚਾਹੁੰਦੇ ਹੋ ਤਾਂ ਜੋ ਕੁਝ ਤੁਸੀਂ ਛੱਡਣਾ ਹੈ ਉਹ ਛੱਡ ਹੀ ਦੇਣਾ। ਨਿਓਮੀ ਨੇ ਮੁਆਬ ਨੂੰ ਛੱਡ ਦਿੱਤਾ। ਜਦੋਂ ਮੁਆਬ 'ਚ ਸੀ ਉਦੋਂ ਤੱਕ ਉੱਥੇ ਗਰੀਬੀ, ਜਦ ਤੱਕ ਮੁਆਬ ਸੀ ਉਦੋਂ ਤੱਕ ਭਿਆਨਕ ਜੀਵਨ। ਉਹਦੇ ਘਰ 'ਚ ਨਾ ਸੁੱਖ ਸੀ ਨਾ ਸ਼ਾਂਤੀ ਸੀ। ਉਹਦੇ ਘਰ ਦਾ ਇੱਕ-ਇੱਕ ਆਦਮੀ ਇੱਕ-ਇੱਕ ਕਰਕੇ ਮਰ ਰਿਹਾ ਸੀ। ਪਰ ਦੁੱਖ ਤੇ ਤਕਲੀਫ ਦੀ ਗੱਲ ਇਹ ਹੈ ਕਿ ਨਿਓਮੀ ਉਹ ਪਰਮੇਸ਼ਵਰ ਦੇ ਕੋਲ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਬੜੀ ਲੇਟ ਹੋ ਗਈ। ਉਹਨੇ ਕਿੰਨੀ ਦੇਰੀ ਕੀਤੀ। ਉਸਦੇ ਪਤੀ ਨੇ ਸੋਚਿਆ ਕਿ ਆਪਣੇ ਪਰਿਵਾਰ ਨੂੰ ਪਾਲ ਲਵਾਂਗਾ। ਪਰਮੇਸ਼ਵਰ ਨੂੰ ਛੱਡ ਕੇ ਜਦ ਮੁਆਬ ਦੇਸ਼ ਦੇ ਵਿੱਚ ਆ ਗਿਆ, ਨਿਓਮੀ ਨੇ ਫੈਸਲਾ ਕਰਨਾ ਸੀ, ਇਹ ਦੇਸ਼ ਸਾਡੇ ਲਈ ਸਹੀ ਨਹੀਂ ਆ, ਪਰਮੇਸ਼ਵਰ ਦੀ ਹਜ਼ੂਰੀ ਸਾਡੇ ਲਈ ਸਹੀ ਆ। ਦੋਨੇ ਪੁੱਤਰਾਂ ਨਾਲ ਗੱਲ ਕਰਕੇ ਕਹਿਣਾ ਸੀ, ਆਓ ਆਪਾਂ ਚੱਲੀਏ, ਆਪਾਂ ਇੱਥੇ ਨਹੀਂ ਰਹਿਣਾ, ਆਪਾਂ ਪਰਮੇਸ਼ਵਰ ਤੋਂ ਦੂਰ ਹੋ ਗਏ ਹਾਂ, ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਆਏ ਹਾਂ, ਇੱਥੇ ਸਾਡੇ ਲਈ ਸੁਰੱਖਿਆ ਨਹੀਂ ਹੈ। ਚਲੋ ਇਹ ਕਹਿ ਕੇ ਸੋਚਣਾ ਸੀ। ਪਰਮੇਸ਼ਵਰ ਤੇ ਪਰਮੇਸ਼ਵਰ ਦੀ ਹਜ਼ੂਰੀ ਨੂੰ ਪਿਆਰ ਕਰਨ ਵਾਲੇ ਫੈਸਲੇ ਨੂੰ ਛੱਡ ਕੇ ਜੇ ਪਹਿਲਾਂ ਲੈਂਦੀ ਤਾਂ ਕਿੰਨਾ ਵਧੀਆ ਹੁੰਦਾ, ਪਰ ਲਿਆ ਨਹੀਂ। ਭੈਣੋ ਤੇ ਭਰਾਵੋ ਸੁਣੋ, ਤੁਸੀਂ ਪਰਮੇਸ਼ਵਰ ਕੋਲ ਵਾਪਸ ਆਉਣਾ ਹੈ, ਆਪਣਾ ਜੀਵਨ ਪਰਮੇਸ਼ਵਰ ਨੂੰ ਸਮਰਪਣ ਕਰਨਾ ਹੈ। ਇਹ ਫੈਸਲਾ ਤੁਸੀਂ ਜਿੰਨਾ ਜਲਦੀ ਲਓਗੇ ਓਨਾ ਤੁਹਾਡੇ ਲਈ ਵਧੀਆ ਹੋਏਗਾ। ਤੁਹਾਨੂੰ ਅਤੇ ਤੁਹਾਡੇ ਜੀਵਨ ਨੂੰ ਜੋ ਪਾਪ ਦੇ ਵੱਲ ਘੜੀਸ ਕੇ ਲੈ ਜਾਂਦਾ, ਪਾਪ ਨੂੰ ਉਤਸ਼ਾਹਿਤ ਕਰਨ ਵਾਲੀ ਜਗ੍ਹਾ ਨੂੰ, ਉਹਨਾਂ ਲੋਕਾਂ ਨੂੰ, ਉਹਨਾਂ ਆਦਤਾਂ ਨੂੰ ਜਿੰਨੀ ਜਲਦੀ ਛੱਡ ਕੇ ਪਰਮੇਸ਼ਵਰ ਕੋਲ ਆਓਗੇ ਤੁਹਾਡਾ ਭਲਾ ਹੋਵੇਗਾ। ਤੁਸੀਂ ਪੁੱਛੋਗੇ ਨਹੀਂ ਤਾਂ ਕੀ ਹੋਏਗਾ? ਨਹੀਂ ਤਾਂ ਤੁਹਾਡਾ ਬੁਰਾ ਹੋਏਗਾ, ਨਹੀਂ ਤਾਂ ਤੁਹਾਡੇ ਜੀਵਨ 'ਚ ਕਦੇ ਵੀ ਨਾ ਭਰਨ ਵਾਲਾ ਨੁਕਸਾਨ ਝੱਲੋਗੇ। ਨਿਓਮੀ ਪਤੀ ਦੇ ਮਰਦੇ ਹੀ ਸਮਝਦਾਰੀ ਦੇ ਨਾਲ
ਜੇ ਬੈਤਲਹਮ ਆਉਂਦੀ ਤਾਂ ਚੰਗਾ ਹੁੰਦਾ। ਉਸ ਨੇ ਫੈਸਲਾ ਲੈਣ ਦੇ ਲਈ ਦੇਰੀ ਕੀਤੀ। ਵੱਡਾ ਪੁੱਤਰ ਮਰ ਗਿਆ। ਇਹ ਕੀ ਆ? ਪਤੀ ਮਰ ਗਿਆ ਹੈ, ਵੱਡਾ ਬੇਟਾ ਵੀ ਮਰ ਗਿਆ। ਮੇਰੇ ਜੀਵਨ 'ਚ ਕੀ ਹੋ ਰਿਹਾ? ਇਹ ਦੇਸ਼, ਇਹ ਇਲਾਕਾ, ਇੱਥੋਂ ਦੇ ਲੋਕ, ਇੱਥੋਂ ਦਾ ਵਿਸ਼ਵਾਸ ਸਾਨੂੰ ਸੂਟ ਨਹੀਂ ਕਰ ਰਿਹਾ। ਇੱਥੋਂ ਜਾਣਾ ਹੀ ਠੀਕ ਆ। ਜੇ ਫੈਸਲਾ ਕਰ ਦਿੱਤਾ ਇੱਕ ਪੁੱਤਰ ਨੂੰ ਬਚਾ ਪਾਉਂਦੀ, ਫਿਰ ਵੀ ਸਮਝੀ ਨਹੀਂ। ਉੱਥੇ ਰਹਿਣ ਦੀ ਕੋਸ਼ਿਸ਼ ਕੀਤੀ, ਪਰਮੇਸ਼ਵਰ ਕੋਲ ਨਹੀਂ ਆਈ ਅਤੇ ਫਿਰ ਕੀ ਹੋਇਆ? ਦੂਸਰਾ ਪੁੱਤਰ ਵੀ ਗਵਾ ਲਿਆ। ਪਰਮੇਸ਼ਵਰ ਦੀ ਹਜ਼ੂਰੀ 'ਚ ਆਉਣ ਦੇ ਲਈ, ਆਪਣੇ ਜੀਵਨ ਨੂੰ ਬਦਲਣ ਦੇ ਲਈ, ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਦੇਰ ਕਰਨ ਵਾਲੇ ਭਰਾ ਸੁਣੋ, ਭੈਣੋ ਸੁਣੋ। ਤੁਸੀਂ ਜਿੰਨੀ ਦੇਰੀ ਕਰੋਗੇ ਓਨਾ ਹੀ ਜ਼ਿਆਦਾ ਆਪਣੀਆਂ ਚੀਜ਼ਾਂ ਅਤੇ ਆਪਣੇ ਲੋਕਾਂ ਨੂੰ ਗਵਾ ਲਾਓਗੇ। ਉਸ ਦਿਨ ਤੋਂ ਪਹਿਲਾਂ ਅੱਜ ਹੀ ਪਰਮੇਸ਼ਵਰ ਵੱਲ ਮੁੜ ਆਓ। ਨਿਯੋਮੀ ਪਰਮੇਸ਼ਵਰ ਕੋਲ ਆਈ ਕਦੋਂ ਜਾਣਦੇ ਹੋ? ਜਦ ਸਭ ਕੁਝ ਚਲਾ ਗਿਆ। ਮੈਂ ਪੁੱਛਦਾ ਹਾਂ, ਸਭ ਗਵਾਉਣ ਤੋਂ ਬਾਅਦ, ਸੰਪत्ति ਗਵਾਉਣ ਤੋਂ ਬਾਅਦ, ਜਾਇਦਾਦ ਗਵਾਉਣ ਤੋਂ ਬਾਅਦ, ਪਤੀ ਛੱਡ ਕੇ ਜਾਣ ਤੋਂ ਬਾਅਦ, ਜਦ ਬੱਚੇ ਤੁਹਾਨੂੰ ਵੇਖ ਕੇ ਨਫ਼ਰਤ ਕਰੇ, ਤੁਹਾਡੀ ਸਿਹਤ ਪੂਰੀ ਤਰ੍ਹਾਂ ਖਰਾਬ ਹੋਣ ਤੋਂ ਬਾਅਦ, ਕੱਲ ਪਰਸੋਂ ਮਰ ਜਾਵਾਂਗਾ ਇਹ ਜਾਣਨ ਤੋਂ ਬਾਅਦ, ਕੀ ਉਦੋਂ ਵਿਸ਼ਵਾਸ ਕਰੋਗੇ? ਜਾਂ ਅੱਜ ਦੇ ਦਿਨ ਤੁਹਾਡਾ ਪਰਿਵਾਰ ਜਦੋਂ ਤੁਹਾਡੇ ਨਾਲ ਹੈ ਉਦੋਂ ਹੀ, ਤੁਹਾਡੇ ਸਰੀਰ 'ਚ ਤਾਕਤ ਰਹਿਣ ਤੱਕ, ਪ੍ਰਭੂ ਦੇ ਲਈ ਜੀਣ ਦੇ ਲਈ ਜੇ ਤੁਹਾਡੇ ਕੋਲ ਤਾਕਤ ਹੈ ਅਤੇ ਹੁਣੀ ਆਪਣਾ ਜੀਵਨ ਪ੍ਰਭੂ ਨੂੰ ਸਮਰਪਣ ਕਰੋ। ਨਿਯੋਮੀ ਨੇ ਮੁਆਬ ਦੇਸ਼ ਨੂੰ ਛੱਡ ਦਿੱਤਾ। ਮੁਆਬ ਨੂੰ ਛੱਡੇ ਬਿਨਾ ਪਰਮੇਸ਼ਵਰ ਕੋਲ ਆਉਣਾ ਮੁਸ਼ਕਿਲ ਆ। ਜੋ ਤੁਸੀਂ ਪਾਪਮੇ ਕੰਮ ਛੱਡਣੇ ਆ, ਉਹਨਾਂ ਨੂੰ ਛੱਡੇ ਬਿਨਾ ਪਰਮੇਸ਼ਵਰ ਕੋਲ ਆਉਣਾ ਮੁਸ਼ਕਿਲ ਹੈ। ਪਰਮੇਸ਼ਵਰ ਦੀ ਦਇਆ ਨੂੰ ਪਾਉਣਾ ਆਸਾਨ ਨਹੀਂ ਆ। ਪਿਆਰਿਓ, ਨਿਯੋਮੀ ਦੇ ਦੇਰੀ ਕਰਨ ਤੇ ਵੀ ਪਰਮੇਸ਼ਵਰ ਕਿੰਨਾ ਭਲਾ ਹੈ। ਵਾਪਸ ਆਈ ਨਿਯੋਮੀ ਦੇ ਜੀਵਨ ਨੂੰ ਫਲਵੰਤ ਕਰ ਦਿੱਤਾ। ਪਿਆਰਿਓ, ਮੁੜ ਕੇ ਆਈ ਨਿਯੋਮੀ ਦੇ ਜੀਵਨ ਤੇ ਪਰਿਵਾਰ 'ਚ ਅਚੰਭੇ ਕੰਮ ਕੀਤੇ। ਪਿਆਰਿਓ, ਮੇਰਾ ਪਰਮੇਸ਼ਵਰ, ਜੇ ਤੁਸੀਂ ਕਹੋਗੇ ਅੱਜ ਮੈਂ ਆਵਾਂਗਾ ਤੁਹਾਡੇ ਜੀਵਨ ਨੂੰ ਫਲਵੰਤ ਕਰਨ ਲਈ, ਤੁਹਾਡੇ ਜੀਵਨ ਨੂੰ ਆਸ਼ੀਸ਼ਿਤ ਕਰਨ ਦੇ ਲਈ, ਤੁਹਾਡੇ ਜੀਵਨ ਨੂੰ ਫਲਦਾਰ ਬਣਾਉਣ ਦੇ ਲਈ, ਮੇਰਾ ਪਰਮੇਸ਼ਵਰ ਅੱਜ ਵੀ ਤਿਆਰ ਹੈ। ਕੀ ਤੁਸੀਂ ਮੁੜਨ ਲਈ ਤਿਆਰ ਹੋ? ਨਿਯੋਮੀ ਜਦ ਮੁੜ ਕੇ ਆਈ, ਦੇਰੀ ਨਾਲ ਵਾਪਸ ਆਉਣ ਤੇ ਵੀ ਜੋ ਗਵਾਉਣਾ ਸੀ ਉਹ ਸਭ ਕੁਝ ਗਵਾ ਚੁੱਕੀ ਸੀ। ਫਿਰ ਵੀ ਆ ਕੇ ਉਸਨੇ ਪਰਮੇਸ਼ਵਰ ਦੇ ਚਰਨਾਂ ਨੂੰ ਫੜ ਲਿਆ। ਕੀ ਹੋਇਆ ਜਾਣਦੇ ਹੋ? ਅਚੰਭੇ ਕੰਮ ਉਸਨੇ ਵੇਖੇ। ਅੱਜ ਕੋਈ ਇਹ ਕਹਿਣ ਵਾਲਾ ਹੈ ਕਿ ਮੈਂ ਪਰਮੇਸ਼ਵਰ ਤੋਂ ਦੂਰ ਹੋ ਗਿਆ ਹਾਂ। ਆਪਣੀਆਂ ਗਲਤੀਆਂ ਤੇ ਗੁਨਾਹਾਂ ਦੇ ਕਾਰਨ, ਗਲਤ ਕੰਮਾਂ ਦੇ ਕਾਰਨ, ਗਲਤ ਫੈਸਲਿਆਂ ਕਾਰਨ ਪਰਮੇਸ਼ਵਰ ਤੋਂ ਦੂਰ ਹੋ ਗਿਆ ਅਤੇ ਇਸ ਲਈ ਸਭ ਕੁਝ ਗਵਾ ਲਿਆ ਹੈ। ਨੌਕਰੀ ਗਵਾ ਲਈ ਆ, ਸਿਹਤ ਖਰਾਬ ਹੋ ਗਈ ਆ, ਧਨ ਦੌਲਤ ਅਤੇ ਸਭ ਕੁਝ ਗਵਾ ਲਿਆ ਹੈ, ਸਿਹਤ ਖਰਾਬ ਹੋ ਗਈ ਆ, ਇਕੱਲਾ ਰਹਿ ਗਿਆ ਹਾਂ। ਤਾਂ ਫਿਰ ਵੀ ਪਰਮੇਸ਼ਵਰ ਆਉਣ ਦੇਣਗੇ ਤਾਂ ਤੁਹਾਡੇ ਲਈ ਖੁਸ਼ਖਬਰੀ, ਮੇਰਾ ਪ੍ਰਭੂ ਤੁਹਾਨੂੰ ਗ੍ਰਹਿਣ ਕਰਨ ਲਈ ਤਿਆਰ ਆ, ਤੁਹਾਨੂੰ ਸਵੀਕਾਰ ਕਰਨ ਲਈ ਤਿਆਰ ਆ, ਤੁਹਾਨੂੰ ਮਾਫ ਕਰਨ ਲਈ ਤਿਆਰ ਆ ਅਤੇ ਤੁਹਾਡੇ ਲਈ ਰੱਖੀਆਂ ਗਈਆਂ ਆਸ਼ੀਸ਼ਾਂ ਨੂੰ ਤੁਹਾਨੂੰ ਦੇ ਕੇ ਤੁਹਾਡੇ ਜੀਵਨ ਨੂੰ ਫਲਵੰਤ ਕਰਨ ਦੇ ਲਈ ਮੇਰਾ ਪਰਮੇਸ਼ਵਰ ਤਿਆਰ ਆ। ਕੀ ਤੁਸੀਂ ਤਿਆਰ ਹੋ? ਜੇ ਤਿਆਰ ਹੋ ਤਾਂ ਮੇਰੇ ਨਾਲ ਪ੍ਰਾਰਥਨਾ ਕਰੋ। ਆਓ ਕਰੀਏ। ਪਵਿੱਤਰ ਪਰਮੇਸ਼ਵਰ ਪਿਤਾ, ਬਹੁਤ ਹੀ ਸਪਸ਼ਟ ਗੱਲਾਂ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ, ਅਸੀਂ ਤੁਹਾਡੇ ਸੁਸਮਾਚਾਰ ਨੂੰ ਨਹੀਂ ਲੁਕਾਉਣਾ, ਉਸ ਦਾ ਅਸੀਂ ਪ੍ਰਚਾਰ ਕਰਨਾ ਹੈ। ਅਨਿਆ ਜਾਤੀਆਂ ਵਿਚਕਾਰ ਤੁਹਾਡੇ ਸੁਸਮਾਚਾਰ ਨੂੰ ਅਸੀਂ ਹਰ ਰੋਜ਼ ਸੁਣਾਉਣਾ ਹੈ। ਇਹ ਕਲੀਸਿਆ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀਆਂ ਅਤੇ ਵਿਅਕਤੀਗਤ ਰੂਪ 'ਚ ਵੀ ਸਾਡਾ ਫਰਜ਼ ਹੈ। ਇਸ ਸੱਚ ਨੂੰ ਜਾਣ ਕੇ ਅਸੀਂ ਜੀ ਸਕੀਏ, ਸਾਡੀ ਮਦਦ ਕਰੋ। ਪਿਤਾ, ਇਹਨਾਂ ਵਚਨਾਂ ਨੂੰ ਜਿੰਨੇ ਲੋਕ ਸੁਣ ਰਹੇ ਹਾਂ ਅਤੇ ਤੁਹਾਡੇ ਪਿਆਰ ਨੂੰ ਵੰਡ ਰਹੇ ਹਾਂ ਅਤੇ ਵੰਡਣ ਦੇ ਲਈ ਮਦਦ ਕਰੋ। ਤੁਹਾਡੇ ਪਿਆਰ ਦਾ ਸਵਾਦ ਚੱਖ ਚੁੱਕੇ ਆ, ਉਸੇ ਪਿਆਰ ਨੂੰ ਵੰਡਣ ਦੇ ਲਈ ਮਦਦ ਕਰੋ। ਯੇਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ। प्रभु के नाम से आप सबको शलोम। मेरा नाम रानी है। हमारा मिडिल क्लास का परिवार है।
मेरे माता पिता बहुत मेहनत से मुझे बीएससी नर्सिंग पढ़ाई करवाए। बहुत आनंद से रहने वाले हमारे परिवार में शैतान गड़बड़ियाँ पैदा किया। भयानक HIV बीमारी होने से, जिसके कारण मेरे माता पिता ही नहीं मेरी बहन भी मर गई। एक साथ ही हमारे परिवार में भयानक संकट छा गया। इतने दिनों तक हमारे परिवार के साथ अच्छी संगति रखने वालों का असली रूप बाहर प्रकट हुआ। बहुत से अपमान और निंदों के साथ, निराशा और हताश के साथ मैं अपना जीवन बिताती थी। मैं बीएससी नर्सिंग पूरी करके एक हॉस्पिटल में स्टाफ नर्स के रूप में ज्वाइन हुई। हॉस्टल में रहकर मैं अपनी नौकरी करती थी, ऐसे अपने जीवन बिताती थी। मेरा कोई अपना नहीं था। लक्ष्य और उद्देश्य के बिना एकांत के जीवन में बहुत दुखी होती थी। ठीक उसी समय में मेरे रूममेट एक सहेली मुझे कलवरी टेम्पल आह्वान की। उस दिन सतीश भैया, जिनके माता पिता नहीं है, उनके विषय में प्रचार किए। ਤੁਹਾਡੇ ਜੀਵਨ ਦੇ ਵਿੱਚ ਆਈ ਹੋਈ ਹਾਰ ਅਤੇ ਅਸਫਲਤਾ, ਤੁਹਾਡੀ ਹਾਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਤੇ ਤੁਹਾਡੇ ਭਵਿੱਖ ਨੂੰ ਅਤੇ ਤੁਹਾਡੇ ਸੁਪਨਿਆਂ ਨੂੰ ਕੀ ਸਭ ਕੁਝ ਬਰਬਾਦ ਕਰ ਦਿੱਤਾ ਹੈ। ਪਰ ਬਾਈਬਲ ਦੇ ਵਿੱਚੋਂ ਬਹੁਤ ਸਾਰੇ ਲੋਕ ਕਸ਼ਟਾਂ 'ਚੋਂ ਹੋ ਕੇ ਗਏ, ਬਿਮਾਰੀਆਂ 'ਚੋਂ ਹੋ ਕੇ ਗਏ, ਦੁੱਖਾਂ ਵਿੱਚੋਂ ਹੋ ਕੇ ਗਏ। ਲੇਕਿਨ ਉਹਨਾਂ ਬਿਮਾਰੀਆਂ 'ਚੋਂ, ਦੁੱਖਾਂ 'ਚੋਂ ਅਤੇ ਤਕਲੀਫਾਂ 'ਚੋਂ ਨਿਕਲਣ ਤੋਂ ਬਾਅਦ परमेश्वर ते विश्वास करने वाले ने की कीता जानते हो? उन्हां मुश्किलां 'ਚ परमेश्वर दे कोल आए। उन बहुमूल्य परमेश्वर के वचनों को सुनने के बाद मैं अकेली नहीं हूँ, मेरे साथ परमेश्वर है, ये भरोसा मेरे अंदर हुआ। उस दिन चर्च में जवानी में पवित्रता से जीना है, मेरे जीवन भर आप मेरे साथ रहिए कह के परमेश्वर से बोझ से प्रार्थना की। उस समय से चर्च आते हुए, परमेश्वर में बढ़ते हुए, परमेश्वर के निकट जीते हुए बपतिस्मा भी ले ली। एक दिन भोजन के बिना रह लूंगी, लेकिन बाइबल पढ़े बिना, प्रार्थना किए बिना मैं नहीं रह सकती। जवानी में कितनी पवित्रता से रहना है, कलवरी टेम्पल में आने के बाद सतीश जी के वचन के द्वारा मैं जान पाई। एक दिन प्रभु के दास सुसमाचार के विषय में बताए गए बातें मुझे बहुत प्रभावित किए। बहुत से गरीब लोग निर्धनता में होकर भी सुसमाचार के लिए सहायता करना गवाहियों के द्वारा मैं जान पाई। प्रभु की दास के बातें, मेरी देखी हुई गवाहियाँ, मैं क्यों नहीं कलवरी आवाज की सहायता कर सकती कह के मुझे उत्साहित किए। फरवरी 24 तारीख मेरे पिताजी का पुण्यतिथि है। हर वर्ष प्रभु में मेरे पिता के मृत्यु के दिन में कलवरी आवाज की सहायता करना है, ये निर्णय मैं ली। उस तरह निर्णय लेकर अभी तक 8 बार कलवरी आवाज के द्वारा परमेश्वर के वचन को पहुंचाई। सुसमाचार के लिए सहायता करने के बाद तुरंत परमेश्वर मुझे बहुत आशीष देना शुरू किए। मेरे 11,000 के वेतन को परमेश्वर ने बढ़ाकर उसे 28,000 कर दिए। उतना ही नहीं, हर वर्ष ज्यादा मेहनत करने वालों को स्टार अवार्ड देते हैं। उस अवार्ड को लगातार 2 साल मुझे मिल सके, परमेश्वर ने ऐसी सहायता किया। एक भयानक बीमारी से मेरे परिवार के लोग मर जाने पर भी कोई विपत्ति मेरे निकट ना आई। मुझे जीवित, स्वस्थ परमेश्वर अभी तक मुझे रखा है। मेरे अपने कोई नहीं होने पर भी मेरे परमेश्वर मेरे साथ है। इस आनंद से मैं जी रही हूँ। मुझे हिम्मत देने वाले वचनों को बताने वाले सतीश जी को मेरा धन्यवाद। जवानी में मेरे हाथ पकड़कर चलाने वाले, मेरे साथ रहने वाले यीशु को ही सारा आदर, सम्मान, महिमा मिलने पाए।